ਸ਼ਮਸ ਸਮਰਕੰਦ ਦੇ ਬਾਹਰ ਇੱਕ ਹੋਟਲ। ਮਾਰਚ 1242। ਹੱਥਾਂ ਪੈਰਾਂ ਤੋਂ ਫਲਾਂਗਦਾ ਹੋਇਆ ਮੈਂ ਆਪਣੇ ਖਾਲੀ ਬਿਸਤਰ ਤੱਕ ਪਹੁੰਚਿਆ, ਜਿਹਦੇ ਵਿੱਚੋਂ ਪਸੀਨੇ ਤਾਂ ਮੈਲ ਦੀ ਬਦਬੂ ਆ ਰਹੀ ਸੀ। ਇਸ ਹੋਟਲ ਵਿੱਚ ਦਰਜਨ ਤੋਂ ਜ਼ਿਆਦਾ ਮੁਸਾਫਰ ਆਪਣੇ ਖਾਬਾਂ ਵਿੱਚ ਗੁੰਮ, ਆਪਣੀ ਤਨਹਾਈ ਦੇ ਬੋਝ ਥੱਲੇ ਨੀਂਦ ਵਿੱਚ ਸੀਗੇ। ਮੈਂ ਉੱਥੇ ਤਰੀਕੀ ਵਿੱਚ ਲੇਟਿਆ ਰਿਹਾ ਤੇ ਆਪਣੀਆਂ ਅਲਹਾਮੀ ਨਿਸ਼ਾਨੀਆਂ ਦੇ ਬਾਰੇ ਸੋਚਦਾ ਰਿਹਾ, ਜੋ ਕਿ ਸ਼ਾਇਦ ਮੈਂ ਦੇਖੀਆਂ ਸੀ, ਲੇਕਿਨ ਆਪਣੀ ਬੇਖਬਰੀ ਵਿੱਚ ਮੈਂ ਉਹਨਾਂ ਤੋਂ ਲੁਤਫ ਅੰਦੋਜ਼ ਨਾ ਹੋ ਸਕਿਆ। ਦਰਅਸਲ ਬਚਪਨ ਤੋਂ ਹੀ ਮੈਨੂੰ ਕਸ਼ਫ ਹੁੰਦਾ ਸੀ ਔਰ ਆਵਾਜ਼ਾਂ ਸੁਣਾਈ ਦਿੰਦੀਆਂ ਸੀ। ਮੈਂ ਹਮੇਸ਼ਾ ਖੁਦਾ ਦੇ ਨਾਲ ਮਹਿਵੇ ਕਲਾਮ ਹੋਇਆ ਔਰ ਉਹਨੇ ਹਮੇਸ਼ਾ ਜਵਾਬ ਦਿੱਤਾ। ਕਿਸੇ ਰੋਜ਼ ਮੈਂ ਕਿਸੇ ਸਰਗੋਸ਼ੀ ਦੀ ਤਰ੍ਹਾਂ ਹਲਕਾ ਫੁਲਕਾ ਹੋ ਕੇ 7ਵੇਂ ਆਸਮਾਨ 'ਤੇ ਚਲਾ ਗਿਆ। ਫਿਰ ਕਿਸੇ ਦਿਨ ਮੈਂ ਮਿੱਟੀ ਦੀ ਮਹਿਕ ਵਿੱਚ ਭਿੱਗਿਆ ਹੋਇਆ ਜ਼ਮੀਨ ਦੇ ਗਹਿਰੇ ਤਰੀਨ ਘੜਿਆਂ ਵਿੱਚ ਪਾਤਾਲ ਵਿੱਚ ਜਾ ਪਹੁੰਚਿਆ, ਕਿਸੇ ਵੱਡੇ ਬਰਗਦ ਜਾਂ ਅਖਰੋਟ ਦੇ ਦਰਖਤ ਥੱਲੇ ਦਫਨ ਪੱਥਰ ਦੀ ਤਰ੍ਹਾਂ ਛੁਪਿਆ ਹੋਇਆ। ਵਕਤ ਗੁਜ਼ਰਨ ਦੇ ਨਾਲ ਨਾਲ ਹਰ ਦਫਾ ਮੇਰੇ ਖਾਣਾ ਖਾਣੇ ਦੀ ਤਮਾ ਖਤਮ ਹੁੰਦੀ ਗਈ ਤੇ ਮੈਂ ਕਈ ਦਿਨ ਕੁਝ ਖਾਦਿਆਂ ਪੀਤਿਆਂ ਬਗੈਰ ਹੀ ਰਹਿੰਦਾ ਸੀ। ਇਹਨਾਂ ਨਿਸ਼ਾਨੀਆਂ ਤੇ ਇਹਨਾਂ ਮੋਜ਼ਿਆਂ ਤੋਂ ਮੈਂ ਕਦੀ ਵੀ ਖੌਫਜ਼ਦਾ ਨਹੀਂ ਹੋਇਆ ਸੀ। ਅਗਰਚੇ ਵਕਤ ਗੁਜ਼ਰਨ ਦੇ ਨਾਲ ਨਾਲ ਮੈਂ ਸਿੱਖ ਲਿਆ ਸੀ ਕਿ ਮੈਂ ਇਹਨਾਂ ਦਾ ਕਿਸੇ ਦੂਸਰੇ ਕੋ ਜ਼ਿਕਰ ਨਾ ਕਰਾਂ। ਇਨਸਾਨਾਂ ਨੂੰ ਜਿਸ ਗੱਲ ਦੀ ਸਮਝ ਨਾ ਆਵੇ ਉਹਦੀ ਤਹਿਕੀਰ ਕਰਨ ਲੱਗ ਪੈਂਦੇ ਆ, ਉਹਨੂੰ ਹਕਾਰਤ ਦੀ ਨਜ਼ਰ ਨਾਲ ਦੇਖਦੇ ਆ। ਇਹ ਗੱਲ ਮੈਂ ਕਿਸੇ ਦੇ ਸਮਝਾਏ ਬਗੈਰ ਖੁਦ ਹੀ ਜਾਣ ਲਈ ਸੀ। ਮੇਰੇ ਕਸ਼ਫ ਤਾਂ ਇਲਹਾਮ ਨੂੰ ਗਲਤ ਸਮਝਣੇ ਵਾਲਾ ਪਹਿਲਾ ਸ਼ਖਸ ਮੇਰਾ ਬਾਪ ਸੀ। ਮੈਂ ਤਕਰੀਬਨ 10 ਸਾਲ ਦਾ ਹੋਣਾ ਵਾਂ ਜਦੋਂ ਮੈਨੂੰ ਆਪਣਾ ਮੁਹਾਫਿਜ਼ ਫਰਿਸ਼ਤਾ ਰੋਜ਼ਾਨਾ ਦਿਖਾਈ ਦੇਣ ਲੱਗਾ, ਤੇ ਮੈਂ ਇਸ ਕਦਰ ਸਾਦਾ ਸੀਗਾ ਕਿ ਮੈਂ ਸੋਚਿਆ ਕਿ ਬਾਕੀ ਸਾਰਿਆਂ ਦੇ ਨਾਲ ਵੀ ਇੱਦਾਂ ਹੀ ਹੁੰਦਾ ਹੋਵੇਗਾ। ਇੱਕ ਦਿਨ ਜਦੋਂ ਮੇਰੇ ਅੱਬੂ ਮੈਨੂੰ ਸਿਖਾਉਂਦੇ ਪਏ ਸੀ ਕਿ ਦੇਵਦਾਰ ਦੀ ਲੱਕੜੀ ਤੋਂ ਸੰਦੂਕ ਕਿੱਦਾਂ ਬਣਾਇਆ ਜਾਵੇ ਤਾਂ ਕਿ ਮੈਂ ਵੀ ਉਹਨਾਂ ਦੀ ਤਰ੍ਹਾਂ ਵੱਡਾ ਹੋ ਕੇ ਤਰਖਾਣ ਬਣ ਸਕਾਂ, ਤਾਂ ਮੈਂ ਉਹਨਾਂ ਨੂੰ ਆਪਣੇ ਮੁਹਾਫਿਜ਼ ਫਰਿਸ਼ਤੇ ਦੇ ਬਾਰੇ ਦੱਸਿਆ ਤੇ ਮੇਰੇ ਅੱਬੂ ਨੇ ਖੁਸ਼ਕ ਜਿਹੇ ਲਹਿਜੇ ਵਿੱਚ ਕਿਹਾ, ਬੇਟਾ ਤੇਰੀਆਂ ਸੋਚਾਂ ਬਿਲਕੁਲ ਬੇਲਗਾਮ ਆ ਔਰ ਬਿਹਤਰ ਇਹ ਆ ਕਿ ਇਹ ਗੱਲ ਤੂੰ ਆਪਣੇ ਤੱਕ ਰੱਖੇ। ਅਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਦੁਬਾਰਾ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਚੰਦ ਦਿਨਾਂ ਪਹਿਲੇ ਹਮਸਾਇਆਂ ਨੇ ਮੇਰੇ ਮਾਂ-ਬਾਪ ਨੂੰ ਮੇਰੀ ਸ਼ਿਕਾਇਤ ਲਾਈ ਸੀ। ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਮੇਰਾ ਰਵੱਈਆ ਬਹੁਤ ਅਜੀਬੋ-ਗਰੀਬ ਆ ਤੇ ਮੈਂ ਉਹਨਾਂ ਦੇ ਬੱਚਿਆਂ ਨੂੰ ਡਰਾ ਦਿੰਦਾ ਵਾਂ। ਮੇਰੇ ਅੱਬੂ ਨੇ ਕਿਹਾ, ਮੈਨੂੰ ਤੇਰੇ ਤੌਰ ਤਰੀਕਿਆਂ ਦੀ ਸਮਝ ਨਹੀਂ ਆਉਂਦੀ ਬੇਟਾ, ਤੂੰ ਇਹ ਤਸਲੀਮ ਕਿਉਂ ਨਹੀਂ ਕਰ ਲੈਂਦਾ ਕਿ ਤੂੰ ਆਪਣੇ ਮਾਂ-ਬਾਪ ਤੋਂ ਜ਼ਿਆਦਾ ਗੈਰ ਮਾਮੂਲੀ ਨਹੀਂ ਹੈਗਾ। ਹਰ ਬੱਚਾ ਆਪਣੇ ਮਾਂ ਤੇ ਬਾਪ ਤੇ ਜਾਂਦਾ ਵਾ, ਤੂੰ ਵੀ ਬਿਲਕੁਲ ਉਸ ਤਰ੍ਹਾਂ ਹੀ ਆ। ਮੈਨੂੰ ਉਸ ਵੇਲੇ ਪਤਾ ਲੱਗ ਗਿਆ ਕਿ ਅਗਰਚੇ ਮੈਨੂੰ ਆਪਣੇ ਵਾਲਿਦਾਂ ਨਾਲ ਮੁਹੱਬਤ ਸੀ ਔਰ ਮੈਂ ਉਹਨਾਂ ਦੀ ਮੁਹੱਬਤ ਚਾਹੁੰਦਾ ਵੀ ਸੀ, ਲੇਕਿਨ ਉਹ ਮੇਰੇ ਲਈ ਅਜਨਬੀ ਹੀ ਸੀਗੇ। ਬਾਬਾ, ਮੈਂ ਤੁਹਾਡੇ ਦੂਸਰੇ ਬੱਚਿਆਂ ਤੋਂ ਮੁਖਤਲਿਫ ਹਾਂ। ਮੈਨੂੰ ਬਤਖ ਦਾ ਉਹ ਬੱਚਾ ਸਮਝੋ ਜਿਹਦੀ ਮੁਰਗੀਆਂ ਨੇ ਪਰਵਰਿਸ਼ ਕੀਤੀ ਹੋਵੇ। ਮੈਂ ਕੋਈ ਪਾਲਤੂ ਪਰਿੰਦਾ ਨਹੀਂ ਹੈਗਾ ਕਿ ਜਿਹਦਾ ਨਸੀਬ ਮੁਰਗੀਆਂ ਦੇ ਪਿੰਜਰੇ ਵਿੱਚ ਜ਼ਿੰਦਗੀ ਗੁਜ਼ਾਰਨਾ ਹੋਵੇ। ਉਹ ਪਾਣੀ ਜਿਹੜਾ ਤੁਹਾਨੂੰ ਖੌਫਜ਼ਦਾ ਕਰ ਦਿੰਦਾ ਵਾ, ਉਹੀ ਪਾਣੀ ਮੈਨੂੰ ਨਵੇਂ ਸਿਰੇ ਤੋਂ ਜ਼ਿੰਦਗੀ ਦਿੰਦਾ ਵਾ, ਕਿਉਂਕਿ ਤੁਹਾਡੇ ਬਰਅਕਸ ਮੈਂ ਤੈਰ ਸਕਦਾ ਵਾਂ ਔਰ ਤੈਰੂੰਗਾ। ਸਮੁੰਦਰ ਮੇਰਾ ਵਤਨ ਆ। ਅਗਰ ਤੇ ਤੁਸੀਂ ਮੇਰੇ ਨਾਲ ਹੋ ਤੇ ਸਮੁੰਦਰ ਦੀ ਤਰਫ ਚਲੋ, ਅਗਰ ਨਹੀਂ ਤਾਂ ਮੇਰੇ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨਾ ਛੱਡ ਦੇਵੋ ਔਰ ਮੁਰਗੀਆਂ ਦੇ ਪਿੰਜਰੇ ਦੁਬਾਰਾ ਵਾਪਸ ਚਲੇ ਜਾਓ। ਇਹ ਗੱਲ ਸੁਣ ਕੇ ਮੇਰੇ ਬਾਬਾ ਦੀਆਂ ਅੱਖਾਂ ਫੈਲ ਗਈਆਂ, ਫਿਰ ਸੁੱਕੜ ਗਈਆਂ ਔਰ ਸਰਦ ਹੋ ਗਈਆਂ। ਉਹ ਸੰਜੀਦਗੀ ਨਾਲ ਕਹਿਣ ਲੱਗੇ, ਅਗਰ ਤੂੰ ਹੁਣ ਆਪਣੇ ਮਾਂ-ਬਾਪ ਨਾਲ ਇਸ ਤਰ੍ਹਾਂ ਗੱਲ ਕਰਦਾ ਵਾਂ ਤਾਂ ਮੈਨੂੰ ਹੈਰਤ ਆ ਕਿ ਤੂੰ ਵੱਡੇ ਹੋ ਕੇ ਆਪਣੇ ਦੁਸ਼ਮਣਾਂ ਨਾਲ ਕਿੱਦਾਂ ਗੱਲ ਕਰੂੰਗਾ। ਜਦੋਂ ਮੇਰੇ ਵੱਡੇ ਹੋਣ ਤੇ ਮੈਨੂੰ ਹੋਣੇ ਵਾਲੇ ਕਸ਼ਫ ਖਤਮ ਨਾ ਹੋਏ ਤਾਂ ਮੇਰੇ ਮਾਂ-ਬਾਪ ਨੂੰ ਘਬਰਾਹਟ ਹੋਣ ਲੱਗ ਪਈ। ਇਹਦੇ ਬਰਅਕਸ ਉਹ ਜ਼ਿਆਦਾ ਪੁਰਤਸ਼ੱਦਦ ਹੋ ਗਏ ਤੇ ਜ਼ਿਆਦਾ ਤਜੱਸਸ ਵਿੱਚ ਆ ਗਏ। ਮੈਂ ਜਾਣਦਾ ਸੀਗਾ ਕਿ ਮੇਰੇ ਵਾਲਿदैन ਮੇਰੀ ਵਜ੍ਹਾ ਤੋਂ ਘਬਰਾ ਗਏ ਆ ਔਰ ਮੈਨੂੰ ਉਹਨਾਂ ਨੂੰ ਪਰੇਸ਼ਾਨ ਕਰਨ ਤੇ ਗਲਤੀ ਦਾ ਅਹਿਸਾਸ ਵੀ ਹੁੰਦਾ ਸੀ, ਲੇਕਿਨ ਸੱਚ ਇਹੀ ਆ ਕਿ ਮੈਂ ਨਹੀਂ ਜਾਣਦਾ ਸੀਗਾ ਕਿ ਇਹਨਾਂ ਇਲਹਾਮਾਂ ਨੂੰ ਮੈਂ ਖਤਮ ਕਿੱਦਾਂ ਕਰਾਂ, ਔਰ ਜੇ ਮੈਂ ਜਾਣਦਾ ਵੀ ਹੁੰਦਾ ਤਾਂ ਮੇਰਾ ਨਹੀਂ ਖਿਆਲ ਕਿ ਮੈਂ ਇੱਦਾਂ ਕਰਦਾ। ਜ਼ਿਆਦਾ ਅਰਸਾ ਨਹੀਂ ਗੁਜ਼ਰਿਆ ਸੀ ਕਿ ਮੈਂ ਆਪਣੇ ਘਰ ਨੂੰ ਛੱਡ ਦਿੱਤਾ। ਉਦੋਂ ਤੋਂ ਹੀ ਤਬਰੇਜ਼ ਇੱਕ ਸਾਫ਼ ਤੇ ਮਿੱਠਾ ਲਫ਼ਜ਼ ਬਣ ਚੁੱਕਿਆ ਵਾ, ਇਸ ਕਦਰ ਨਫੀਸ ਤੇ ਨਾਜ਼ੁਕ ਕਿ ਉਹ ਮੇਰੀ ਜ਼ੁਬਾਨ ਤੇ ਪਿਘਲ ਕੇ ਰਹਿ ਜਾਵੇ। ਇਸ ਮੁਕਾਮ ਦੀ ਯਾਦਾਂ ਦਾ ਸਾਥ 3 ਖੁਸ਼ਬੂਆਂ ਦਿੰਦੀਆਂ ਵਾਂ, ਕੱਟੀ ਹੋਈ ਲੱਕੜ ਦੀ ਖੁਸ਼ਬੂ, ਖਸ਼ਖਾਸ ਦੀ ਰੋਟੀ ਦੀ ਔਰ ਬਰਫ਼ ਦੀ ਨਰਮੋ ਨਾਜ਼ੁਕ ਖੁਸ਼ਬੂ। ਉਦੋਂ ਤੋਂ ਹੀ ਮੈਂ ਇੱਕ ਚੱਲਦਾ ਫਿਰਦਾ ਦਰਵੇਸ਼ ਹਾਂ। ਮੈਂ ਕਦੀ ਇੱਕ ਮੁਕਾਮ ਤੇ ਦੂਸਰੀ ਵਾਰੀ ਨਹੀਂ ਸੁੱਤਾ, ਕਦੀ ਇੱਕ ਹੀ ਪਿਆਲੇ 'ਚੋਂ ਦੂਸਰੀ ਵਾਰੀ ਖਾਣਾ ਨਹੀਂ ਖਾਧਾ। ਮੈਂ ਹਰ ਰੋਜ਼ ਆਪਣੇ ਇਰਦ ਗਿਰਦ ਮੁਖਤਲਿਫ ਚਿਹਰੇ ਦੇਖਦੇ ਹੋਏ ਸਫ਼ਰ ਵਿੱਚ ਰਿਹਾ। ਜਦ ਮੈਨੂੰ ਭੁੱਖ ਲੱਗੇ ਤਾਂ ਮੈਂ ਖ਼ਾਬਾਂ ਦੀ ਤਬੀਰ ਦੱਸ ਕੇ ਕੁਝ ਪੈਸੇ ਕਮਾ ਲੈਂਦਾ ਵਾਂ। ਇਸ ਹਾਲਤ ਵਿੱਚ ਮੈਂ ਮਸ਼ਰਕ ਤੇ ਮਗਰਬ ਵਿੱਚ ਘੁੰਮਦਾ ਵਾਂ। ਹਰ ਜਗ੍ਹਾ, ਹਰ ਸਫ਼ਰ ਵਿੱਚ ਖੁਦਾ ਦੀ ਜੁਸਤਜੂ ਵਿੱਚ ਰਹਿੰਦਾ ਵਾਂ। ਹਰ ਥਾਂ ਤੇ ਮੈਂ ਜੀਣ ਦੇ ਕਾਬਲ ਜ਼ਿੰਦਗੀ ਤੇ ਜਾਣਨੇ ਦੇ ਕਾਬਲ ਇਲਮ ਤਲਾਸ਼ ਕਰਦਾ ਵਾਂ, ਕਿਉਂਕਿ ਮੇਰੀਆਂ ਜੜ੍ਹਾਂ ਕਿਤੇ ਨਹੀਂ ਹੈਗੀਆਂ। ਐਸੇ ਲਈ ਜਾਣ ਨੂੰ ਮੇਰੇ ਕੋਲ ਹਰ ਜਗ੍ਹਾ ਮੌਜੂਦ ਆ। ਆਪਣੇ ਸਫ਼ਰ ਦੇ ਦੌਰਾਨ ਮੈਂ ਹਰ ਕਿਸਮ ਦੇ ਰਾਸਤਿਆਂ 'ਤੇ ਸਫ਼ਰ ਕੀਤਾ, ਮਸ਼ਹੂਰ ਤਜਾਰਤੀ ਰਾਸਤਿਆਂ ਤੋਂ ਲੈ ਕੇ ਸੁਨਸਾਨ ਰਾਵਾਂ ਤੱਕ, ਜਿੱਥੇ ਕਈ ਰੋਜ਼ ਤੱਕ ਕੋਈ ਜ਼ੀਰੂ ਦਿਖਾਈ ਨਹੀਂ ਦਿੰਦੀ ਸੀ।
ਬਹਿਰਾ ਅਸਵਦ ਦੇ ਸਾਹਲਾਂ ਤੋਂ ਲੈ ਕੇ ਫਾਰਸ ਦੇ ਸ਼ਹਿਰਾਂ ਤੱਕ, ਮਸ਼ਰਕ ਵਸਤਾ ਦੇ ਵਸੀਹ ਸਬਜ਼ਾਜ਼ਾਰਾਂ ਤੋਂ ਅਰਬ ਦੇ ਰੇਤ ਦੇ ਟੀਲਿਆਂ ਤੱਕ ਮੈਂ ਘਣੇ ਜੰਗਲਾਂ ਵਿੱਚੋਂ ਗੁਜ਼ਰਿਆ। ਚਰਾਗਾਹਾਂ ਤਾਂ ਸਹਿਰਾਵਾਂ ਵਿੱਚੋਂ ਮੈਂ ਕਾਰਵਾਂ ਸਰਾਏ, ਹੋਟਲਾਂ ਤੇ ਮੁਸਾਫਰਖਾਨਿਆਂ 'ਚ ਵਕਤੀ ਕਿਆਮ ਕੀਤੇ। ਪੁਰਾਣੇ ਕੁਤਬਖਾਨਿਆਂ ਵਿੱਚ ਸਾਹਿਬ ਇਲਮ ਲੋਕਾਂ ਨਾਲ ਗੱਲਬਾਤ ਕੀਤੀ। ਸਕੂਲਾਂ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਉਸਤਾਦਾਂ ਨੂੰ ਸੁਣਿਆ। ਮਦਰਸੀਆਂ ਦੇ ਤਲਬਾ ਨਾਲ ਤਫਸੀਰ ਤੇ ਮੰਤਕ ਤੇ ਬਹਿਸ ਕੀਤੀ। ਇਬਾਦਤ ਵਾਲੀਆਂ ਜਗ੍ਹਾ, ਦਰਗਾਹਾਂ ਔਰ ਖਾਨਕਾਵਾਂ 'ਤੇ ਗਿਆ। ਗੋਸ਼ਾ ਨਸ਼ੀਨਾਂ ਦੇ ਨਾਲ ਉਹਨਾਂ ਦੀ ਖਾਨਕਾਵਾਂ 'ਤੇ ਮੁਰਾਕਬੇ ਕੀਤੇ। ਦਰਵੇਸ਼ਾਂ ਦੇ ਨਾਲ ਜ਼ਿਕਰ ਵਿੱਚ ਸ਼ਰੀਕ ਹੋਇਆ। ਨੇਕੂਕਾਰਾਂ ਦੇ ਨਾਲ ਰੋਜ਼ੇ ਰੱਖੇ ਔਰ ਕਾਫਰਾਂ ਦੇ ਨਾਲ ਖਾਣਾ ਖਾਧਾ। 14ਵੀਂ ਦੇ ਚੰਦ ਵਿੱਚ ਸ਼ਮਾਨਿਆਂ ਦੇ ਨਾਲ ਰਕਸ ਕੀਤਾ। ਹਰ ਅਕੀਦੇ, ਹਰ ਦੌਰ ਤੇ ਹਰ ਪੇਸ਼ੇ ਦੇ ਲੋਕਾਂ ਨੂੰ ਜਾਣਿਆ ਤੇ ਆਫਤਾਂ ਤੇ ਮੌਜਿਆਂ ਦਾ ਯਕਸਾਂ ਸ਼ਾਹਦ ਬਣਿਆ। ਮੈਂ ਗੁਰਬਤ ਜ਼ਦਾ ਪਿੰਡ, ਅੱਗ ਨਾਲ ਸਿਆਹ ਹੋਏ ਖੇਤ ਤੇ ਗਾਰਤਸ਼ੁਦਾ ਸ਼ਹਿਰ ਦੇਖੇ, ਜਿੱਥੇ ਦਰਿਆ ਲਹੂ ਨਾਲ ਸੁਰਖ ਹੋ ਗਏ ਸੀਗੇ ਤੇ 10 ਬਰਸ ਤੋਂ ਜ਼ਿਆਦਾ ਉਮਰ ਦਾ ਕੋਈ ਲੜਕਾ ਜਾਂ ਮਰਦ ਜ਼ਿੰਦਾ ਨਹੀਂ ਬਚਿਆ ਸੀ। ਮੈਂ ਇਨਸਾਨੀਅਤ ਨੂੰ ਇਹਦੀ ਕਮ ਤਰੀਨ ਤੇ ਆਲਾ ਤਰੀਨ ਸਤ੍ਹਾ ਵਿੱਚ ਦੇਖਿਆ ਵਾ। ਹੁਣ ਮੈਨੂੰ ਇਸ ਗੱਲ 'ਤੇ ਕੋਈ ਹੈਰਤ ਨਹੀਂ ਹੁੰਦੀ। ਇਹਨਾਂ ਤਮਾਮ ਤਜਰਬਿਆਂ ਤੋਂ ਗੁਜ਼ਰਦੇ ਹੋਏ ਮੈਂ ਇੱਕ ਲਿਸਟ ਬਣਾਉਣਾ ਸ਼ੁਰੂ ਕਰਤੀ, ਜੋ ਕਿਸੇ ਕਿਤਾਬ ਵਿੱਚ ਨਹੀਂ ਲਿਖੀ, ਬਸ ਮੇਰੀ ਰੂਹ ਤੇ ਤਹਰੀਰ ਸੀ। ਮੈਂ ਇਸ ਲਿਸਟ ਨੂੰ ਸਰਗਰਦਾਂ ਜਾਂ ਕਲੰਦਰੀ ਮੁਸਲਮਾਨ ਸੂਫੀਆਂ ਦੇ ਬੁਨਿਆਦੀ ਅਸੂਲ ਕਹਿੰਦਾ ਵਾਂ। ਮੇਰੇ ਨਜ਼ਦੀਕ ਇਹ ਅਸੂਲ ਕਵਾਨੀਨ ਫਿਤਰਤ ਦੀ ਤਰ੍ਹਾਂ ਆਫਾਕੀ, ਕਾਬਲੇ ਭਰੋਸਾ ਤੇ ਅਟਲ ਆ। ਇਹ ਮਿਲ ਕੇ ਮਜ਼ਹਬੇ ਇਸ਼ਕ ਦੇ 40 ਅਸੂਲ ਬਣਾਉਂਦੇ ਆ, ਜਿਨ੍ਹਾਂ ਦੀ ਤਕਮੀਲ ਸਿਰਫ ਔਰ ਸਿਰਫ ਮੁਹੱਬਤ ਦੇ ਜ਼ਰੀਏ ਮੁਮਕਨ ਹੋ ਸਕਦੀ ਸੀ। ਔਰ ਇਹਨਾਂ ਤੋਂ ਇੱਕ ਅਸੂਲ ਦੇ ਮੁਤਾਬਕ ਸੱਚਾਈ ਦਾ ਰਸਤਾ ਦਿਮਾਗ ਦੀ ਨਹੀਂ, ਦਿਲ ਦੀ ਮਤਵਾਤਰ ਮੁਸ਼ੱਕਤ ਆ। ਦਿਮਾਗ ਨੂੰ ਨਹੀਂ ਬਲਕਿ ਦਿਲ ਨੂੰ ਆਪਣਾ ਰਹਿਨੁਮਾ, ਆਪਣਾ ਮੁਰਸ਼ਦ ਬਣਾ ਲਓ। ਆਪਣੇ ਨਫਸ ਨਾਲ ਮਿਲੋ, ਇਹਨੂੰ ਲਲਕਾਰੋ ਔਰ ਆਖਰਕਾਰ ਦਿਲ ਦੇ ਜ਼ਰੀਏ ਇਹਦੇ ਉੱਤੇ ਗਾਲਬ ਆ ਜਾਓ, ਇਹ ਜਾਣਦੇ ਹੋਏ ਕਿ ਤੁਹਾਡੀ ਜ਼ਾਤ ਦੀ ਮਾਰਫਤ ਖੁਦਾ ਦੀ ਮਾਰਫਤ ਦੀ ਤਰਫ ਤੁਹਾਡੀ ਰਹਿਨੁਮਾਈ ਕਰੇਗੀ। ਇਹਨਾਂ ਅਸੂਲਾਂ 'ਤੇ ਕੰਮ ਕਰਦਿਆਂ ਹੋਇਆਂ ਮੈਨੂੰ ਬਰਸੋਂ ਲੱਗ ਗਏ, ਇਹਨਾਂ ਤਮਾਮ 40 ਅਸੂਲਾਂ 'ਤੇ। ਔਰ ਜਦੋਂ ਮੈਂ ਇਹ ਕੰਮ ਮੁਕੰਮਲ ਕਰ ਚੁੱਕਿਆ ਸੀ, ਮੈਂ ਜਾਣਦਾ ਸੀਗਾ ਕਿ ਮੈਂ ਇਸ ਦੁਨੀਆ ਵਿੱਚ ਆਪਣੇ ਆਖਰੀ ਮਰਾਹਲ ਦੇ ਕਰੀਬ ਸੀਗਾ। ਕੁਛ ਅਰਸੇ ਤੋਂ ਮੈਨੂੰ ਇਸ ਰੁੱਖ 'ਤੇ ਬਹੁਤ ਸਾਰੇ ਕਸ਼ਫ ਹੁੰਦੇ ਪਏ ਸੀ। ਮੈਨੂੰ ਫਿਕਰ 'ਚ ਮੁਬਤਲਾ ਕਰਨ ਵਾਲੀ ਸ਼ੈ ਮੌਤ ਨਹੀਂ ਸੀ, ਕਿਉਂਕਿ ਮੈਂ ਇਹਨੂੰ ਇਖਤਤਾਮ ਦੇ ਤੌਰ 'ਤੇ ਨਹੀਂ ਦੇਖਦਾ, ਬਲਕਿ ਫਿਕਰਮੰਦੀ ਦੀ ਗੱਲ ਇਹ ਸੀ ਕਿ ਆਪਣੇ ਪਿੱਛੇ ਕੋਈ ਵਿਰਾਸਤ ਛੱਡੇ ਬਗੈਰ ਮਾਰਨਾ। ਮੇਰੇ ਸੀਨੇ ਵਿੱਚ ਅਲਫਾਜ਼ ਦੇ ਢੇਰ ਜਮ੍ਹਾਂ ਸੀ ਤੇ ਸੁਣਾਉਣ ਨੂੰ ਮੁੰਤਜ਼ਰ ਕਈ ਕਹਾਣੀਆਂ। ਮੈਂ ਇਹ ਆਪਣਾ ਸਾਰਾ ਇਲਮ ਕਿਸੇ ਦੂਸਰੇ ਨੂੰ ਸੌਂਪਣਾ ਚਾਹੁੰਦਾ ਸੀਗਾ, ਨਾ ਕੋਈ ਉਸਤਾਦ ਤੇ ਨਾ ਹੀ ਕੋਈ ਸ਼ਾਗਿਰਦ। ਮੈਨੂੰ ਕਿਸੇ ਹਮਸਰ ਦੀ ਜ਼ਰੂਰਤ ਸੀ, ਕੋਈ ਸਾਥੀ, ਕੋਈ ਦੋਸਤ, ਕੋਈ ਰਫੀਕ। ਮੈਂ ਤਰੀਕ ਤੇ ਹਵਸਜ਼ਦਾ ਕਮਰੇ ਵਿੱਚ ਸਰਗੋਸ਼ੀ ਕੀਤੀ। ਐ ਖੁਦਾ, ਮੈਂ ਸਾਰੀ ਉਮਰ ਦੁਨੀਆ ਦਾ ਸਫ਼ਰ ਕੀਤਾ ਵਾ ਤੇ ਤੇਰੀ ਰਾਹ ਦੀ ਪੈਰਵੀ ਕੀਤੀ ਆ। ਮੈਂ ਹਰ ਸ਼ਖਸ ਨੂੰ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਕਿਸੇ ਚੱਲਦੇ ਫਿਰਦੇ ਕੁਰਾਨ ਦੀ ਸੂਰਤ ਵਿੱਚ ਦੇਖਿਆ। ਮੈਂ ਉਲਮਾ ਦੇ ਮਰਮਰ ਦੇ ਮਿੰਬਰਾਂ ਤੋਂ ਦੂਰ ਰਿਹਾ ਤੇ ਦਰਬਦਰ ਤੇ ਜਲਾਵਤਨ ਲੋਕਾਂ ਦੇ ਨਾਲ ਵਕਤ ਗੁਜ਼ਾਰਨ ਨੂੰ ਤਰਜੀਹ ਦਿੱਤੀ। ਹੁਣ ਮੇਰਾ ਸਬਰ ਦਾ ਪੈਮਾਨਾ ਲਬਰੇਜ਼ ਹੋ ਰਿਹਾ ਵਾ। ਮੇਰੀ ਮਦਦ ਫਰਮਾ ਕਿ ਮੈਂ ਤੇਰਾ ਦਿੱਤਾ ਹੋਇਆ ਇਲਮ ਕਿਸੇ ਸਹੀ ਸ਼ਖਸ ਨੂੰ ਮੁੰਤਕਲ ਕਰ ਸਕਾਂ। ਫਿਰ ਤੂੰ ਜੋ ਚਾਹਵੇਂ ਮੇਰੇ ਨਾਲ ਕਰ ਸਕਦਾ ਵਾਂ। ਮੇਰੀਆਂ ਅੱਖਾਂ ਦੇ ਸਾਹਮਣੇ ਕਮਰਾ ਇਸ ਕਦਰ ਰੋਸ਼ਨੀ ਤੇ ਚਮਕ ਨਾਲ ਭਰ ਗਿਆ ਕਿ ਆਪਣੇ ਬਿਸਤਰਿਆਂ ਵਿੱਚ ਲੇਟੇ ਹੋਏ ਮੁਸਾਫਰਾਂ ਦੇ ਚਿਹਰਿਆਂ ਤੇ ਦਹਿਸ਼ਤ ਛਾ ਗਈ। ਅੰਦਰ ਦੀ ਹਵਾ ਤਾਜ਼ਾ ਤੇ ਹਯਾਤ ਬਖਸ਼ ਹੋ ਗਈ, ਜਿੱਦਾਂ ਕਮਰੇ ਦੀਆਂ ਤਮਾਮ ਖਿੜਕੀਆਂ ਖੋਲ੍ਹ ਦਿੱਤੀਆਂ ਗਈਆਂ ਹੋਣ ਔਰ ਕੋਈ ਤੂਫਾਨੀ ਹਵਾ ਦੂਰ ਦਰਾਜ਼ ਦੇ ਬਾਗਾਂ ਵਿੱਚੋਂ ਨਰਗਸ ਤੇ ਯਾਸਮੀਨ ਦੀ ਖੁਸ਼ਬੂ ਸਮੇਟ ਲਿਆਈ ਹੋਵੇ। ਮੇਰੇ ਮੁਹਾਫਿਜ਼ ਫਰਿਸ਼ਤੇ ਨੇ ਸੁਰੀਲੀ ਗੁਨਗੁਨਾਉਂਦੀ ਹੋਈ ਆਵਾਜ਼ ਵਿੱਚ ਕਿਹਾ, ਬਗਦਾਦ ਚਲੇ ਜਾਓ। ਮੈਂ ਪੁੱਛਿਆ, ਬਗਦਾਦ ਵਿੱਚ ਕੀ ਸ਼ੈ ਮੇਰੀ ਮੁੰਤਜ਼ਰ ਆ? ਤੇ ਜਵਾਬ ਮਿਲਿਆ, ਤੂੰ ਇੱਕ ਰਫੀਕ ਲਈ ਦੁਆ ਕੀਤੀ ਸੀ, ਇੱਕ ਰਫੀਕ ਤੈਨੂੰ ਅਤਾ ਕੀਤਾ ਜਾਵੇਗਾ। ਬਗਦਾਦ ਵਿੱਚ ਤੈਨੂੰ ਇੱਕ ਮੁਰਸ਼ਦ ਮਿਲੇਗਾ ਜਿਹੜਾ ਕਿ ਦਰੁਸਤ ਸਮਝ ਵਿੱਚ ਤੇਰੇ ਲਈ ਨਿਸ਼ਾਨਦੇਹੀ ਕਰੇਗਾ। ਮੇਰੀਆਂ ਅੱਖਾਂ 'ਚ ਤਸ਼ੱਕਰ ਦੇ ਆਂਸੂ ਭਰ ਆਏ। ਹੁਣ ਮੈਂ ਜਾਣ ਗਿਆ ਸੀ ਕਿ ਮੇਰੇ ਕਸ਼ਫ ਵਿੱਚ ਮੌਜੂਦ ਆਦਮੀ ਮੇਰੇ ਰੂਹਾਨੀ ਸਾਥੀ ਦੇ ਸਿਵਾ ਕੋਈ ਹੋਰ ਨਹੀਂ ਸੀਗਾ। ਜਲਦ ਜਾਂ ਦੇਰ ਨਾਲ ਸਾਡੇ ਨਸੀਬ ਵਿੱਚ ਮਿਲਣਾ ਲਿਖਿਆ ਸੀ, ਔਰ ਜਦੋਂ ਅਸੀਂ ਮਿਲਦੇ ਤਾਂ ਮੈਂ ਜਾਣ ਲੈਂਦਾ ਕਿ ਉਸ ਮਿਹਰਬਾਨ ਬਦਾਮੀ ਅੱਖਾਂ ਵਿੱਚ ਅਬਦੀ ਉਦਾਸੀ ਕਿਉਂ ਸੀ ਔਰ ਆਗਾਜ਼ੇ ਬਹਾਰ ਦੀ ਇੱਕ ਰਾਤ ਮੇਰਾ ਕਤਲ ਕਿੱਦਾਂ ਹੋਣਾ ਸੀ।